ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਹੈ ਤੇ ਲੰਘੀ ਰਾਤ ਪੰਜਾਬ ਦੇ ਵਿੱਚ ਠੰਡ ਹੋਰ ਵੱਧ ਗਈ ਹੈ। ਦਿੱਲੀ ਦੇ ਵਿੱਚ ਵੀ ਧੁੱਪ ਨਿਕਲੀ ਹੈ, ਹਰਿਆਣੇ ਦੇ ਵਿੱਚ ਵੀ ਤੇ ਆਲੇ ਦੁਆਲੇ ਦੇ ਬਾਕੀ ਖੇਤਰਾਂ ਦੇ ਵਿੱਚ ਵੀ। ਤੇ ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਆਉਂਦੇ 48 ਘੰਟੇ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ਦਾ ਤਾਪਮਾਨ ਲਗਾਤਾਰ ਥੱਲੇ ਨੂੰ ਜਾਣਾ ਰਾਤ ਦੇ ਵੇਲੇ, ਪਰ ਉੱਦਾਂ ਮੌਸਮ ਸਾਫ਼ ਰਹਿਣਾ। ਪਰ ਇੱਕ ਗੱਲ ਜ਼ਰੂਰ ਹੈ ਕਿ ਪੰਜਾਬ ਦਾ ਮੌਸਮ ਬੇਸ਼ੱਕ ਸਾਫ਼ ਹੈ, ਪਰ ਪੰਜਾਬ ਦੀ ਰਾਜਨੀਤੀ ਇਸ ਵਕਤ ਬੇਹੱਦ ਗੰਧਲੀ ਹੁੰਦੀ ਜਾ ਰਹੀ ਹੈ, ਕਿਉਂਕਿ ਕਿਸਾਨੀ ਸੰਘਰਸ਼ ਦੇ ਨਾਂ ਦੇ ਉੱਤੇ ਇੱਕ ਦੂਜੇ ਤੇ ਤੋਹਮਤਾਂ ਦਾ ਸਿਲਸਿਲਾ ਅੱਗੇ ਤੋਂ ਅੱਗੇ ਵਧ ਰਿਹਾ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਪੰਜਾਬ ਤੇ ਸਮੁੱਚੇ ਦੇਸ਼ ਦੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ। ਇਸ ਵਕਤ ਭਾਰਤ ਭਰ ਦੇ ਕਿਸਾਨਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਜਿਹੜਾ ਵਕਤ ਪਾਇਆ ਹੋਇਆ, ਉਹਦੇ ਬਾਬਤ ਪਲ ਪਲ ਦੇ ਉੱਤੇ ਜਿਹੜੀ ਜਾਣਕਾਰੀ ਮਿਲਦੀ ਆ ਉਹਦੇ ਉੱਤੇ ਰਸ਼ਕ ਹੁੰਦਾ। ਵੈਸੇ ਇਹ ਜਾਣਕਾਰੀ ਜਿਹੜੀ ਬਣਦੀ ਹੈ ਕਿ ਬੜੇ ਲੰਮੇ ਸਮੇਂ ਬਾਅਦ 32 ਵਰ੍ਹਿਆਂ ਬਾਅਦ ਇਸ ਵਕਤ ਸਿੰਘੂ ਬਾਰਡਰ ਦੇ ਉੱਤੇ ਇਸ ਤਰੀਕੇ ਦਾ ਅੰਦੋਲਨ ਹੈ। 32 ਵਰ੍ਹੇ ਪਹਿਲਾਂ ਮਹਿੰਦਰ ਸਿੰਘ ਟਕੈਤ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਸੀ, 5 ਲੱਖ ਦੇ ਕਰੀਬ ਲੋਕਾਂ ਨੂੰ ਲੈ ਕੇ ਉਹ ਇਸੇ ਸਿੰਘੂ ਬਾਰਡਰ ਦੇ ਉੱਤੇ ਪਹੁੰਚੇ ਸੀਗੇ ਤੇ 32 ਵਰ੍ਹਿਆਂ ਬਾਅਦ ਉਹੋ ਜਿਹਾ ਇਕੱਠ, ਉਹੋ ਜਿਹਾ ਅੰਦੋਲਨ ਇੱਕ ਵਾਰ ਫਿਰ ਦੇਖਣ ਨੂੰ ਮਿਲ ਰਿਹਾ। ਮਸਲਾ ਕਿਸਾਨੀ ਸੀ ਤੇ ਮਸਲਾ ਅੱਜ ਵੀ ਕਿਸਾਨੀ ਹੈ, ਪਰ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ ਇਸ ਵਕਤ ਜਿਹੜੀ ਅਗੇਤ ਕੀਤੀ ਹੈ, ਜਿਹੜੀ ਅਗਵਾਈ ਕੀਤੀ ਹੈ, ਉਹਨੂੰ ਇਸ ਵਕਤ ਹਰ ਸੂਬੇ ਦੇ ਵਿੱਚ ਸਿਫਤ ਮਿਲ ਰਹੀ ਹੈ। ਪੰਜਾਬ ਦੇ ਕਿਸਾਨਾਂ ਦਾ ਇਸ ਵਕਤ ਹਰ ਕੋਈ ਕਦਰਦਾਨ ਹੋ ਰਿਹਾ। ਦੁਨੀਆ ਭਰ ਦੇ ਵਿੱਚੋਂ ਲੋਕ ਇਸ ਵਕਤ ਪੈਸਾ ਟਕਾ ਵੀ ਭੇਜ ਰਹੇ ਆ। ਹਾਲਾਂਕਿ ਕਿਸਾਨਾਂ ਵੱਲੋਂ ਪੈਸੇ ਮੰਗੇ ਨਹੀਂ ਗਏ। ਖਾਲਸਾ ਏਡ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਜੀ ਕਿ ਪੈਸੇ ਹਾਲੇ ਰੋਕ ਕੇ ਭੇਜਿਓ, ਹਾਲੇ ਸਾਡੇ ਕੋਲੇ ਹੈ ਸਮਰੱਥਾ ਤੇ ਜਿਹੜੇ ਹੈਗੇ ਆ ਉਹ ਅਸੀਂ ਇਸ ਵਕਤ ਖਰਚਣ ਲੱਗੇ ਆ। ਦੂਜੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਕਿਸਾਨ ਸੰਘਰਸ਼ ਨੂੰ ਇਸ ਵਕਤ ਤਾਰ ਪੀੜੋ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਨਿਤ ਨਵੀਆਂ ਚਾਲਾਂ ਵੀ ਚੱਲੀਆਂ ਜਾ ਰਹੀਆਂ। ਹੁਣ ਇਸ ਗੱਲ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਕਿਸਾਨ ਆਗੂ ਇੱਕ ਪਾਸੇ ਹੋ ਜਾਣ, ਬਾਕੀ ਭਾਰਤ ਦੇ ਸੂਬਿਆਂ ਨੇ ਇੱਕ ਪਾਸੇ ਕਰ ਦਿੱਤੇ ਜਾਣ। ਇਸੇ ਕਰਕੇ ਲੰਘੇ ਕੱਲ੍ਹ ਸ਼ਾਮੀ 3 ਵਜੇ ਇਕੱਲੇ ਪੰਜਾਬ ਦੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਤੇ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਕਿਸਾਨ ਆਗੂਆਂ ਦੇ ਨਾਲ 7 ਵਜੇ ਮੀਟਿੰਗ ਕੀਤੀ ਗਈ ਸ਼ਾਮ ਦੇ ਵੇਲੇ। ਯਾਨੀ ਕਿ ਉਹ ਇਹ ਸੋਚਣ ਵੀ ਪਤਾ ਨਹੀਂ ਇਹਨਾਂ ਨਾਲ ਕਿਉਂ ਵੱਖਰੀ ਹੋਈ ਹੈ, ਪੰਜਾਬ ਦੇ ਸੋਚਣ ਪਤਾ ਨਹੀਂ ਇਹਨਾਂ ਨਾਲ ਕਿਹੜੀ ਗੱਲੋਂ ਵੱਖਰੀ ਮੀਟਿੰਗ ਹੋਈ ਹੈ। ਪਰ ਪੰਜਾਬ ਦੇ ਕਿਸਾਨਾਂ ਨੂੰ ਫਿਰ ਇੱਕ ਵਾਰੀ ਟਰਕਾ ਦਿੱਤਾ ਗਿਆ। ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਲੱਕੜ ਦਾ ਮੁੰਡਾ ਦੇ ਕੇ ਤੋੜ ਦੇਣਾ। ਕੇਂਦਰ ਦੇ 3 ਮੰਤਰੀਆਂ ਨੇ ਪੰਜਾਬ ਦੇ ਕਿਸਾਨ ਆਗੂਆਂ ਨੂੰ ਲੱਕੜ ਦਾ ਮੁੰਡਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਨਾਂ ਦੀ ਫਿਰ ਜ਼ਮੀਰ ਜਾਗਦੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇੱਦਾਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ। ਸਾਨੂੰ ਤੁਸੀਂ ਟਰਕਾਲੋਜੀ ਵਾਲੀ ਨੀਤੀ ਦੇ ਉੱਤੇ ਨਾ ਚਲਾਓ। ਸਾਨੂੰ ਪਤਾ ਕਿ ਅਸੀਂ ਕੀ ਕਰਨਾ। ਅਸੀਂ ਜੇਕਰ 50,000 ਤੋਂ ਵੱਧ ਟਰੈਕਟਰ ਲੈ ਕੇ ਇੱਥੇ ਆਏ ਹਾਂ ਤਾਂ ਅਸੀਂ ਵਾਪਸ ਜਾਣ ਵਾਸਤੇ ਵੀ ਨਹੀਂ ਆਏ ਤੇ ਸਾਨੂੰ ਪਤਾ ਕਿ ਅਸੀਂ ਪੰਜਾਬ ਦੀਆਂ ਉਮੀਦਾਂ ਦੇ ਉੱਤੇ ਖਰੇ ਕਿਵੇਂ ਉਤਰਨਾ। ਇਸ ਮੌਕੇ ਦੇ ਉੱਤੇ ਜਿਹੜੇ ਕੇਂਦਰ ਦੇ 3 ਮੰਤਰੀ ਆ, ਉਹਨਾਂ ਨੇ ਇਹ ਗੱਲ ਕਹੀ ਜੀ ਕਿ MSP ਦਾ ਮਤਲਬ ਆ, ਤੁਸੀਂ ਇਸ ਗੱਲ ਨੂੰ ਗਲਤ ਨਾ ਲਓ, ਆਪਾਂ ਬਿਲਕੁਲ ਤੁਹਾਡੇ ਨਾਲ ਆ, ਅਸੀਂ ਜੀ ਤੁਹਾਡੀ ਆਮਦਨ ਦੁੱਗਣੀ ਕਰਨੀ ਚਾਹੁੰਦੇ ਆ। ਉਹੀ ਰਟੀਆਂ ਰਟਾਈਆਂ ਗੱਲਾਂ ਜਿਹੜੀਆਂ ਕਿ ਹੁਣ ਤੱਕ ਸੁਣ ਸੁਣ ਕੇ ਸਭ ਦੇ ਕੰਨ ਪੱਕੇ ਪਏ ਆ। ਫਿਰ ਇੱਕ ਆਖਰੀ ਉਹਨਾਂ ਨੇ ਤੀਰ ਛੱਡਿਆ। ਕੇਂਦਰ ਦੇ ਮੰਤਰੀਆਂ ਨੇ ਇਹ ਗੱਲ ਕਹੀ ਕਿ ਆਪਾਂ ਇਸ ਮਸਲੇ ਦੇ ਉੱਤੇ ਇੱਕ ਕਮੇਟੀ ਬਣਾਉਣੀ ਆ। 3-4 ਤੁਸੀਂ ਆਪਣੇ ਕਿਸਾਨ ਆਗੂ ਪਾ ਲਓ, ਕੁਝ ਕੁ ਅਸੀਂ ਕੇਂਦਰ ਦੇ ਮੰਤਰੀ ਪਾਉਣੇ ਆ, ਕੁਝ ਕੁ ਖੇਤੀਬਾੜੀ ਦੇ ਮਾਹਰ ਪਾਉਣੇ ਆ ਤੇ ਇਹ ਕਮੇਟੀ ਆਪਸ ਦੇ ਵਿੱਚ ਗੱਲਬਾਤ ਕਰਦੀ ਰਹੂਗੀ। ਓਨੀ ਦੇਰ ਤੱਕ ਤੁਸੀਂ ਆਪਣਾ ਕਿਸਾਨ ਅੰਦੋਲਨ ਵਾਪਸ ਲੈ ਲਓ, ਯਾਨੀ ਕਿ ਤੁਸੀਂ ਸੜਕਾਂ ਤੋਂ ਉੱਠ ਖੜੋ, ਤੁਸੀਂ ਆਪਣੇ ਘਰੋਂ ਘਰੀ ਜਾਓ, ਇੱਥੋਂ ਡੰਡੀ ਪਾਓ ਤੇ ਬਾਅਦ ਦੇ ਵਿੱਚ ਕਮੇਟੀ ਆਪਣੀ ਗੱਲ ਕਰੂਗੀ। ਪਰ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਇਉਂ ਨਹੀਂ ਹੋਣਾ। ਹੁਣ ਮੀਟਿੰਗ ਹੋਣੀ ਹੈ ਭਲਕੇ, ਯਾਨੀ ਕਿ 3 ਤਰੀਕ ਨੂੰ, ਤੇ ਇਸ ਮੀਟਿੰਗ ਦੇ ਵਿੱਚ ਕੀ ਸਿੱਟਾ ਨਿਕਲੂਗਾ ਕੁਝ ਕਹਿ ਨਹੀਂ ਸਕਦੇ। ਪਰ ਇੱਕ ਗੱਲ ਹੋਰ ਜਿਹੜੀ ਮਹੱਤਵਪੂਰਨ ਆ ਉਹ ਇਹ ਹੈ ਕਿ ਪਹਿਲਾਂ ਇਸ ਮੀਟਿੰਗ ਦੇ ਵਿੱਚ ਜਿਹੜੀ ਕੱਲ੍ਹ ਹੋਈ ਆ ਕਿਸਾਨਾਂ ਦੇ ਨਾਲ 3 ਵਜੇ, ਇਹਦੇ ਵਿੱਚ ਅਮਿਤ ਸ਼ਾਹ ਨੇ ਤੇ ਇਹਦੇ ਵਿੱਚ ਰਾਜਨਾਥ ਸਿੰਘ ਨੇ ਸ਼ਿਰਕਤ ਕਰਨੀ ਸੀ। ਉਹਨਾਂ ਦੋਹਾਂ ਦੇ ਵੱਲੋਂ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਿਆ ਗਿਆ। ਉਦੋਂ ਹੀ ਸ਼ੱਕੀ ਜਿਹਾ ਕੰਮ ਹੋ ਗਿਆ ਵੀ ਇਹ ਕੋਈ ਬਹੁਤੀ ਗੰਭੀਰਤਾ ਨਾਲ ਲੈਣ ਵਾਲੇ ਨਹੀਂ। ਇਸ ਮੀਟਿੰਗ ਦੇ ਵਿੱਚ ਪੀਯੂਸ਼ ਗੋਇਲ, ਨਰਿੰਦਰ ਸਿੰਘ ਤੋਮਰ ਤੇ ਸੋਮ ਪ੍ਰਕਾਸ਼ ਦੇ ਵੱਲੋਂ ਜਦੋਂ ਹਿੱਸਾ ਲਿਆ ਗਿਆ, ਪਹਿਲਾਂ ਵੀ ਇਹਨਾਂ ਨੇ ਮੀਟਿੰਗ ਕੀਤੀ ਸੀ, ਸੋ ਸਿੱਟਾ 0 ਨਿਕਲਿਆ, ਸਿੱਟਾ ਬੇਨਤੀਜਾ ਸੀ। ਇਸ ਮੀਟਿੰਗ ਦਾ ਕੋਈ ਤੁਕ ਨਹੀਂ ਬਣੇਗੀ। ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਧਰਨਾ ਪ੍ਰਦਰਸ਼ਨ ਅਸੀਂ ਜਾਰੀ ਰੱਖਾਂਗੇ ਤੇ ਮੀਟਿੰਗ ਦੇ ਵਿੱਚੋਂ ਬਾਹਰ ਆ ਕੇ ਇੱਕ ਕਿਸਾਨ ਨੇ ਇਹ ਗੱਲ ਕਹੀ ਆ, ਆਗੂ ਨੇ, ਕਿ ਅਸੀਂ ਕੁਝ ਨਾ ਕੁਝ ਤਾਂ ਲੈ ਕੇ ਜਾਵਾਂਗੇ ਹੀ, ਭਾਵੇਂ ਗੋਲੀ ਲੈ ਕੇ ਜਾਈਏ ਤੇ ਭਾਵੇਂ ਸਾਰਥਕ ਸਿੱਟਾ ਲੈ ਕੇ ਜਾਈਏ, ਵਧੀਆ ਨਤੀਜਾ ਲੈ ਕੇ ਜਾਈਏ, ਰਿਜ਼ਲਟ ਲੈ ਕੇ ਜਾਈਏ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ ਮੰਗਲਵਾਰ ਨੂੰ ਕੇਂਦਰ ਸਰਕਾਰ ਨੇ 2 ਫੇਸ ਦੇ ਵਿੱਚ, ਯਾਨੀ ਕਿ 2 ਪੜਾਵਾਂ ਦੇ ਵਿੱਚ ਮੁਲਾਕਾਤ ਕੀਤੀ ਹੈ। ਲਗਭਗ 2.5 ਘੰਟੇ ਤੱਕ ਗੱਲਬਾਤ ਹੋਈ। ਨਤੀਜਾ ਕੁਝ ਵੀ ਨਹੀਂ ਨਿਕਲਿਆ। 2 ਘੰਟੇ ਦੇ ਪਹਿਲੇ ਫੇਸ ਦੇ ਵਿੱਚ ਸਰਕਾਰ ਨੇ ਕਿਸਾਨ ਪ੍ਰਤੀਨਿਧੀਆਂ ਦੇ ਸਾਹਮਣੇ ਕੇਂਦਰ ਦੇ ਮਿਨੀਮਮ ਸਪੋਰਟ
ਪ੍ਰਾਈਜ਼ ਯਾਨੀ ਕਿ MSP ਦੇ ਉੱਤੇ ਪਾਵਰ ਪ੍ਰੈਜੈਂਟੇਸ਼ਨ ਦਿੱਤੀ। ਇਸ ਤੋਂ ਇਲਾਵਾ ਇਹ ਵੀ ਪ੍ਰਸਤਾਵ ਰੱਖਿਆ ਗਿਆ ਕਿ ਨਵੇਂ ਕਾਨੂੰਨਾਂ ਦੇ ਉੱਤੇ ਚਰਚਾ ਦੇ ਲਈ ਕਮੇਟੀ ਬਣਾਈ ਜਾਵੇ। ਇਹਦੇ ਵਿੱਚ ਕੇਂਦਰ, ਕਿਸਾਨ ਤੇ ਐਕਸਪਰਟ ਸ਼ਾਮਲ ਹੋਣ, ਪਰ ਗੱਲ ਇੱਥੇ ਨਹੀਂ ਬਣੀ। ਦੂਜੇ ਦੌਰ ਦੇ ਵਿੱਚ ਇਹ ਗੱਲ ਤੈਅ ਹੋਈ ਕਿ ਅਗਲੀ ਗੱਲ 3 ਦਸੰਬਰ ਨੂੰ ਹੋਵੇਗੀ। ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, ਗੱਲ ਚੰਗੇ ਮਾਹੌਲ ਦੇ ਵਿੱਚ ਹੋਈ ਹੈ। ਅਸੀਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਗੱਲ ਕਹੀ ਹੈ, ਪਰ ਇਹ ਫੈਸਲਾ ਕਿਸਾਨ ਹੀ ਕਰਨਗੇ। ਅਸੀਂ ਕਿਹਾ ਕਿ ਕਮੇਟੀ ਬਣਾ ਦਿੰਦੇ ਹਾਂ, ਪਰ ਕਿਸਾਨ ਚਾਹੁੰਦੇ ਨੇ ਕਿ ਸਾਰੇ ਲੋਕ ਮਿਲ ਕੇ ਹੀ ਗੱਲਬਾਤ ਕਰਨ। ਤੋਮਰ ਦੇ ਬਿਆਨ ਤੋਂ ਬਾਅਦ ਪ੍ਰਤੀਨਿਧ ਮੰਡਲ ਦੇ ਵਿੱਚ ਸ਼ਾਮਲ ਕਿਸਾਨ ਨੇਤਾ ਨੇ ਇਹ ਗੱਲ ਕਹੀ ਕਿ ਸਾਡਾ ਅੰਦੋਲਨ ਜਾਰੀ ਰਹੇਗਾ। ਅਸੀਂ ਕੁਝ ਤਾਂ ਹਾਸਲ ਕਰਾਂਗੇ, ਭਾਵੇਂ ਉਹ ਗੋਲੀ ਹੋਵੇ ਤੇ ਭਾਵੇਂ ਕੋਈ ਖੇਤਾਂ ਦੇ ਲਈ ਨਤੀਜਾ। ਸਰਕਾਰ ਦੇ ਬੁਲਾਵੇ ਦੇ ਉੱਤੇ ਕਿਸਾਨਾਂ ਨੇ ਇਹ ਗੱਲ ਕਹੀ ਸੀ ਕਿ ਉਹ ਮੀਟਿੰਗ ਵਾਸਤੇ ਤਿਆਰ ਇਸ ਕਰਕੇ ਹੋਏ ਕਿਉਂਕਿ ਇਸ ਵਾਰ ਸਰਕਾਰ ਨੇ ਕੋਈ ਸ਼ਰਤ ਨਹੀਂ ਸੀ ਰੱਖੀ। ਇਸ ਤੋਂ ਪਹਿਲਾਂ ਕੇਂਦਰ 2 ਵਾਰ ਕਿਸਾਨਾਂ ਨਾਲ ਗੱਲਬਾਤ ਕਰ ਚੁੱਕੀ ਹੈ। ਮੀਟਿੰਗ ਖਤਮ ਹੋਣ ਤੋਂ ਬਾਅਦ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਯਾਨੀ ਕਿ 3 ਮੰਤਰੀਆਂ ਦੇ ਵੱਲੋਂ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ ਤੇ ਦਿੱਲੀ ਦੇ ਡੈਲੀਗੇਸ਼ਨ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। 3 ਵਜੇ ਤੋਂ ਲੈ ਕੇ 5 ਵਜੇ ਤੱਕ ਪਹਿਲੇ ਦੌਰ ਦੀ ਗੱਲਬਾਤ ਹੋਈ। ਇਸ ਤੋਂ ਬਾਅਦ 6 ਵਜੇ ਫਿਰ ਚਰਚਾ ਹੋਈ ਤੇ ਇਹ ਜਿਹੜੀ ਦੂਜੇ ਦੌਰ ਦੀ ਚਰਚਾ ਇਹ 30 ਮਿੰਟ ਤੱਕ ਚੱਲੀ ਹੈ। ਹਰਿਆਣਾ ਦੇ ਆਜ਼ਾਦ ਵਿਧਾਇਕ ਸੋਮਵੀਰ ਸਾਗਵਾਨ ਦੇ ਵੱਲੋਂ ਖੱਟੜ ਸਰਕਾਰ ਦੇ ਕੋਲ ਦਿੱਤਾ ਹੋਇਆ ਸਮਰਥਨ ਵਾਪਸ ਲੈ ਲਿਆ ਗਿਆ। ਚਰਖੀ ਦਾਦਰੀ ਦੇ ਵਿੱਚ ਸਾਗਵਾਨ ਨੇ ਵੀ ਇਹ ਗੱਲ ਕਹੀ ਹੈ ਕਿ ਕਿਸਾਨਾਂ ਦੇ ਉੱਤੇ ਹੋਏ ਅਤਿਆਚਾਰਾਂ ਨੂੰ ਦੇਖ ਕੇ ਮੈਂ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ। ਇਸ ਤੋਂ ਇਲਾਵਾ ਹੋਰ ਵੀ ਭਾਰਤ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਪ੍ਰਤੀਕਿਰਿਆ ਆ ਰਹੀ ਹੈ। CAA ਦੇ ਖਿਲਾਫ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਈ 82 ਸਾਲ ਦੀ ਮਾਤਾ ਬਿਲਕਿਸ ਬਾਨੋ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਉਹ ਕਿਸਾਨਾਂ ਦੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੰਘੂ ਬਾਰਡਰ ਦੇ ਉੱਤੇ ਪਹੁੰਚੀ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦਾ ਇਹ ਸੰਘਰਸ਼ ਜਦੋਂ ਹੁਣ ਭਾਰਤ ਪੱਧਰੀ ਬਣ ਚੁੱਕਿਆ ਤਾਂ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਲਈ ਕੇਂਦਰ ਦੇ ਵੱਲੋਂ ਵੱਖ-ਵੱਖ ਜੁਗਤਾਂ ਲੜਾਈਆਂ ਜਾ ਰਹੀਆਂ। ਕਦੇ ਤਾਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਬਾਕੀ ਜਿਹੜੇ ਵੱਖ-ਵੱਖ ਸੂਬਿਆਂ ਦੇ ਲੋਕਾਂ ਨਾਲ ਵੱਖਰੀ ਮੀਟਿੰਗ ਕਰਾਂਗੇ, ਪੰਜਾਬ ਦੇ ਕਿਸਾਨ ਆਗੂ ਨਾਲ ਵੱਖਰੀ ਕਰਾਂਗੇ। ਫਿਰ ਇਹ ਗੱਲ ਕਹਿੰਦੇ ਜੀ ਕਿ ਤੁਸੀਂ ਆਪਣੇ 3-4 ਨੁਮਾਇੰਦੇ ਜਿਹੜੇ 3-4 ਆਗੂ ਪਾ ਲਓ, ਇੱਕ ਕਮੇਟੀ ਬਣਾਉਣੇ ਆ। ਮਤਲਬ ਇਹ ਹੈ ਵੀ 30 ਕਿਸਾਨ ਜਥੇਬੰਦੀਆਂ ਦੇ ਆਗੂ ਤਾਂ ਗਏ ਆ ਮੀਟਿੰਗ ਦੇ ਵਿੱਚ, ਉਹਨਾਂ 30 ਦੇ ਵਿੱਚੋਂ ਤੁਸੀਂ 4 ਪਾ ਲਓ ਇਸ ਕਮੇਟੀ ਦੇ ਵਿੱਚ ਤਾਂ 26 ਜਣੇ ਤੁਹਾਡੇ ਨਾਲ ਆਪੇ ਨਾਰਾਜ਼ ਹੋ ਜਾਣ। ਉਹ ਇਹ ਗੱਲ ਕਹਿਣ ਵੀ ਤੁਹਾਡੀ ਤਾਂ ਸਿੱਧੀ ਤੋਮਰ ਨਾਲ ਗੱਲ ਹੁੰਦੀ ਆ, ਤੁਹਾਡੀ ਤਾਂ ਹੁੰਦੀ ਅਮਿਤ ਸ਼ਾਹ ਦੇ ਨਾਲ ਗੱਲ, ਤੇ ਅਸੀਂ ਇਕੱਲੀਆਂ ਟਰਾਲੀਆਂ ਇੱਥੇ ਲਿਆਉਣ ਜੋਗੇ ਆ। ਮਤਲਬ ਇਹ ਆ ਵੀ ਇੱਕ ਦੂਜੇ ਦੇ ਪ੍ਰਤੀ ਮਨਾਂ ਦੇ ਵਿੱਚ ਫਿੱਕ ਪੈਦਾ ਹੋਵੇ। ਕੋਸ਼ਿਸ਼ਾਂ ਇਸ ਗੱਲ ਦੀਆਂ ਕੀਤੀਆਂ ਜਾ ਰਹੀਆਂ। ਪੰਜਾਬ ਦੇ ਕਿਸਾਨ ਆਗੂ ਇਹ ਗੱਲ ਕਹਿੰਦੇ ਰਹੇ ਕੇਂਦਰ ਦੇ ਮੰਤਰੀਆਂ ਨੂੰ ਕਿ ਬਿਨਾਂ ਸ਼ਰਤ ਗੱਲ ਕਰਾਂਗੇ, ਕੇਂਦਰੀ ਖੇਤੀ ਕਾਨੂੰਨ ਆ ਜਿਹੜੇ ਉਹ ਰੱਦ ਕਰਵਾਉਣ ਤੋਂ ਬਿਨਾਂ ਹੋਰ ਅਸੀਂ ਕੋਈ ਗੱਲ ਨਹੀਂ ਸੁਣਨੀ। ਪਰ ਉਹ ਇਸ ਗੱਲ ਦੇ ਉੱਤੇ ਆਉਂਦੇ ਹੀ ਨਹੀਂ। ਉਹ ਤਾਂ MSP ਦੇ ਅਰਥ ਅੱਜ ਸਮਝਾਏ ਗਏ ਆ। 2.5 ਘੰਟੇ ਦੀ ਮੀਟਿੰਗ ਦੇ ਵਿੱਚ ਖੇਤੀ ਕਾਨੂੰਨ ਰੱਦ ਕਰਨੇ ਤਾਂ ਬਹੁਤ ਦੂਰ ਦੀ ਗੱਲ ਹੈ। ਸੋ ਪੰਜਾਬ ਦੇ ਕਿਸਾਨਾਂ ਨੂੰ ਇਸ ਵਕਤ ਇਹ ਗੱਲ ਚੇਤੇ ਦੇ ਵਿੱਚ ਵਸਾਉਣੀ ਪਊਗੀ ਕਿ ਇਹ ਅੰਦੋਲਨ ਛੇਤੀ ਕਿਤੇ ਮੁੱਕਣ ਵਾਲਾ ਨਹੀਂ। ਜੇਕਰ 3 ਤਰੀਕ ਨੂੰ ਕੋਈ ਨਤੀਜਾ ਨਿਕਲਦਾ ਵੀ ਹੈ ਤਾਂ ਇਹ ਗੱਲ ਭੁੱਲ ਜਾਓ ਕਿ ਉਹ ਕੇਂਦਰੀ ਖੇਤੀ ਕਾਨੂੰਨ ਰੱਦ ਕਰਨ ਦੇ ਉੱਤੇ ਕੋਈ ਗੌਰ ਫਰਮਾਈ ਕਰਨਗੇ। ਉਹਨਾਂ ਨੇ ਹੋਰ ਬੇਸ਼ੱਕ 2-4 ਗੱਲਾਂ ਮੰਨਣ ਦਾ ਮਨ ਬਣਾਇਆ ਹੋਵੇ, ਪਰ ਇਸ ਗੱਲ ਦੇ ਉੱਤੇ ਉਹ ਕਦੇ ਨਹੀਂ ਆਉਣਗੇ ਕਿ ਅਸੀਂ ਖੇਤੀ ਕਾਨੂੰਨ ਰੱਦ ਵੀ ਕਰਨੇ ਆ। ਬਾਕੀ MSP ਦੇ ਬਾਰੇ ਕੁਝ ਨਾ ਕੁਝ ਸ਼ਾਇਦ ਉਹ ਕਹਿ ਦੇਣ, ਪਰ ਜੇਕਰ ਅਸੀਂ ਇਸ ਗੱਲ ਦੇ ਉੱਤੇ ਅੜੇ ਰਹੇ, ਸਾਡੇ ਹੌਸਲੇ ਬੁਲੰਦ ਰਹੇ ਕਿ ਅਸੀਂ ਸੜਕਾਂ ਦੇ ਉੱਤੇ ਇਵੇਂ ਬੈਠੇ ਰਹਿਣਾ, ਤਾਂ ਦੇਰ ਸਵੇਰ ਨਤੀਜਾ ਚੰਗਾ ਜ਼ਰੂਰ ਆਊਗਾ, ਸਾਡੇ ਪੱਖ ਦੇ ਵਿੱਚ ਹੋਊਗਾ। ਸਾਡੇ ਖੇਤਾਂ ਦੇ ਵੱਲ, ਸਾਡੇ ਫਸਲਾਂ ਦੇ ਵੱਲ, ਸਾਡੇ ਭਵਿੱਖ ਦੇ ਵੱਲ ਇਹ ਨਤੀਜਾ ਤਾਂ ਚੰਗਾ ਜਾਊਗਾ ਜੇਕਰ ਅਸੀਂ ਆਪਣੇ ਇਰਾਦੇ ਤੋਂ ਨਾ ਡੋਲੇ। ਤਾਂ ਅਗਲੀ ਗੱਲ ਇਹ ਆ ਕਿ ਭਾਰਤ ਦੇ ਨੈਸ਼ਨਲ ਮੀਡੀਆ ਦਾ ਵੱਡਾ ਹਿੱਸਾ ਤੇ ਕੇਂਦਰ ਦੇ ਵੱਖ-ਵੱਖ ਨੇਤਾ ਨੇ ਜਿਹੜੇ, ਉਹਨਾਂ ਦੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਕਿ ਇਸ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਬਦਨਾਮ ਕਰ ਦਈਏ। ਕੇਂਦਰ ਦੇ ਵੱਲੋਂ ਕਿਹਾ ਜਾ ਰਿਹਾ ਜੀ, ਕੁਝ ਕੁ ਮੰਤਰੀਆਂ ਦੇ ਵੱਲੋਂ ਕਿ ਇਹ ਤਾਂ ਜੀ ਖਾਲਿਸਤਾਨੀ ਬੈਠੇ ਹਨ, ਇਹ ਤਾਂ ਜੀ ਸਮਾਜ ਵਿਰੋਧੀ ਅਨਸਰ ਹਨ, ਇਹਨਾਂ ਦੇ ਮਨਸੂਬੇ ਹੋਰ ਹਨ, ਇਹਨਾਂ ਨੂੰ ਵਿਦੇਸ਼ਾਂ ਵਿੱਚੋਂ ਫੰਡਿੰਗ ਹੁੰਦੀ ਹੈ। ਤੇ ਭਾਰਤ ਦੇ 3-4 ਵੱਡੇ TV ਚੈਨਲਾਂ ਦੇ ਵੱਲੋਂ ਵੀ ਇਹੀ ਰਟ ਲਾਈ ਜਾ ਰਹੀ ਹੈ ਕਿ ਇੱਥੇ ਜੀ ਸਾਰਾ ਕੁਝ ਚੰਗਾ ਨਹੀਂ ਹੋ ਰਿਹਾ, ਇਹ ਤਾਂ ਜੀ ਗਲਤ ਅਨਸਰ ਹਨ, ਇਹਦੇ ਵਿੱਚ ਘੁਸਪੈਠ ਬਹੁਤ ਗਲਤ ਲੋਕਾਂ ਨੇ ਕਰ ਲਈ ਆ। ਇਸ ਕਰਕੇ ਕਿਸਾਨ ਇੱਕ ਤਾਂ ਮੈਂਟਲੀ ਤੌਰ ਦੇ ਉੱਤੇ, ਦਿਮਾਗੀ ਤੌਰ ਦੇ ਉੱਤੇ ਬਿਲਕੁਲ ਤਿਆਰ ਰਹਿਣ ਕਿ ਮਹੀਨੇ ਇੱਥੇ 2 ਵੀ ਲੱਗ ਸਕਦੇ ਆ, ਮਹੀਨਾ 1 ਵੀ ਲੱਗ ਸਕਦਾ, ਹਫ਼ਤਾ ਵੀ ਲੱਗ ਸਕਦਾ ਤੇ 4 ਮਹੀਨੇ ਵੀ ਲੱਗ ਸਕਦੇ ਆ। ਅਗਲੀ ਗੱਲ ਇਹ ਆ ਕਿ ਆਪਣੇ ਇਸ ਅੰਦੋਲਨ ਨੂੰ ਆਪਾਂ ਬਦਨਾਮ ਨਹੀਂ ਹੋਣ ਦੇਣਾ। ਜਿਹੜੇ ਵੀ ਕਿਸਾਨ ਨੇ ਮੀਡੀਆ ਦੇ ਕਿਸੇ ਵੀ ਅੰਗ ਨਾਲ ਗੱਲ ਕਰਨੀ ਆ, ਉਹਨੂੰ ਪਤਾ ਹੋਵੇ ਕਿ ਮੈਂ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕਿਹੜੇ ਕੱਢਣੇ ਆ। ਮੰਨ ਲਓ ਕਿਸੇ ਇੱਕ ਕਿਸਾਨ ਨੇ ਕੋਈ ਵੀ ਤੱਤੇ ਰੌਂ ਦੇ ਵਿੱਚ ਗੱਲ ਕਹਿਤੀ ਤਾਂ ਨੈਸ਼ਨਲ ਮੀਡੀਆ ਉਸੇ ਗੱਲ ਨੂੰ ਚੱਕ ਕੇ ਤੇ ਸਾਰੇ ਅੰਦੋਲਨ ਨੂੰ ਬਦਨਾਮ ਕਰਨ ਦੇ ਰਾਹ ਤੇ ਤੁਰ ਪੈਂਦਾ। ਇਸ ਕਰਕੇ ਤੋਲ ਕੇ ਬੋਲਣ ਦੀ ਲੋੜ ਆ, ਏਕਤਾ ਦਾ ਪ੍ਰਗਟਾਵਾ ਕਰਨ ਦੀ ਲੋੜ ਆ, ਇੱਥੇ ਡਟੇ ਰਹਿਣ ਦੀ ਜ਼ਰੂਰਤ ਆ। ਲੰਗਰ ਪਾਣੀ ਦਾ ਪ੍ਰਬੰਧ ਸਾਡੇ ਕੋਲੇ ਹੈਗਾ ਹੀ ਆ, ਇਸ ਕਰਕੇ ਸਾਨੂੰ ਇੱਥੇ
ਆਪਣੀ ਅੜੀ ਦੇ ਉੱਤੇ ਰਹਿਣਾ ਚਾਹੀਦਾ ਜੇਕਰ ਉਹ ਕੇਂਦਰ ਦੀ ਹਕੂਮਤ ਵਾਲੇ ਆਪਣੀ ਅੜੀ ਦੇ ਉੱਤੇ ਹੈਗੇ ਆ। ਇਸ ਵਕਤ ਕੇਂਦਰ ਦੇ ਕੁਝ ਕੁ ਮੰਤਰੀਆਂ ਦੀ ਤੇ ਬੀਜੇਪੀ ਦੇ ਕੁਝ ਨੇਤਾਵਾਂ ਦੀ ਸੋਚ ਇਹ ਵੀ ਬਣੀ ਹੋਈ ਹੈ ਕਿ ਹੌਲੀ ਹੌਲੀ ਕਿਸਾਨਾਂ ਦੇ ਹੌਸਲੇ ਪਸਤ ਹੋ ਜਾਣੇ ਆ, ਧਰਨੇ ਦੇ ਵਿੱਚ ਬੈਠੇ ਹੋਏ ਕਿਸਾਨ ਹੰਭ ਜਾਣੇ ਆ, ਇਹਨਾਂ ਨੂੰ ਆਪਣੇ ਘਰ-ਬਾਰ ਦੇ ਕੰਮ ਹੋਣਗੇ, ਇਹਨਾਂ ਨੂੰ ਠੰਡ ਆ ਜਿਹੜੀ ਉਹ ਸਤਾਊਗੀ ਤੇ ਇਹਨਾਂ ਨੇ ਵਾਪਸੀ ਦੇ ਵੱਲ ਚਾਲੇ ਪਾ ਲੈਣੇ ਆ। ਪਰ ਆਪਾਂ ਇਸ ਗੱਲ ਦੇ ਵੱਲ ਵੀ ਖਿਆਲ ਕਰਨਾ, ਮੰਨ ਲਓ ਕਿਸੇ ਪਿੰਡ ਦੇ ਵਿੱਚੋਂ 5 ਟਰਾਲੀਆਂ ਗਈਆਂ ਤੇ ਇਸ ਵਕਤ ਜੇਕਰ ਉਹਨਾਂ ਨੇ ਵਾਪਸ ਆਉਣਾ ਤਾਂ ਪਿੰਡ ਦੇ ਵਿੱਚੋਂ ਬਾਕੀ ਜਿਹੜੇ ਲੋਕ ਨਹੀਂ ਸੀ ਗਏ ਉਹਨਾਂ ਦੀਆਂ 5 ਟਰਾਲੀਆਂ ਤਿਆਰ ਰਹਿਣੀਆਂ ਚਾਹੀਦੀਆਂ, ਕਿਉਂਕਿ ਜੇਕਰ ਉੱਥੇ ਇਕੱਠ ਘਟ ਗਿਆ, ਜੇਕਰ ਉੱਥੇ ਏਕਤਾ ਘਟ ਗਈ ਤਾਂ ਸਮਝ ਲਓ ਕੇਂਦਰ ਦੇ ਮਨਸੂਬੇ ਕਾਮਯਾਬ ਹੋ ਗਏ। ਸਾਡੀ ਪ੍ਰਾਪਤੀ ਇਸੇ ਗੱਲ ਦੇ ਵਿੱਚ ਹੈ ਕਿ ਅਸੀਂ ਏਕੇ ਦੀ ਤੰਦ ਦੇ ਵਿੱਚ ਰਹਿਗੇ, ਅਸੀਂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਿਗੇ, ਅਸੀਂ ਗਲਤ ਸ਼ਬਦ ਮੂੰਹ ਦੇ ਵਿੱਚੋਂ ਨਾ ਕੱਢੀਏ ਤਾਂ ਜੋ ਕੇਂਦਰ ਨੂੰ ਮੂੰਹ ਦੀ ਖਾਣੀ ਪਵੇ, ਉਹਨਾਂ ਦੀਆਂ ਚਾਲਾਂ ਕਾਮਯਾਬ ਨਾ ਹੋਣ। ਸਿਆਣਿਆਂ ਦੀ ਇਹ ਗੱਲ ਬਿਲਕੁਲ ਸਹੀ ਆ, ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਕਿ ਜ਼ੁਬਾਨ ਦੇ ਨਾਲ ਲੱਗਾ ਹੋਇਆ ਫੱਟ ਕਦੇ ਮਿਟਦਾ ਨਹੀਂ ਤੇ ਵੈਸੇ ਜੇਕਰ ਤਲਵਾਰ ਦੇ ਨਾਲ ਜਾਂ ਕਿਸੇ ਹੋਰ ਹਥਿਆਰ ਦੇ ਨਾਲ ਫੱਟ ਲੱਗਾ ਹੋਵੇ ਉਹ ਦਵਾਈ ਬੂਟੀ ਦੇ ਨਾਲ ਤੇ ਸਮੇਂ ਦੇ ਨਾਲ ਭਰ ਵੀ ਜਾਂਦਾ, ਉਹ ਖਤਮ ਹੋ ਜਾਂਦਾ। ਪਤਾ ਨਹੀਂ ਲੱਗਦਾ 2 ਸਾਲਾਂ ਬਾਅਦ 4 ਸਾਲਾਂ ਬਾਅਦ ਵੀ ਇੱਥੇ ਕੋਈ ਜ਼ਖਮ ਵੀ ਹੋਇਆ ਸੀ, ਇੱਥੇ ਕੋਈ ਫੱਟ ਵੀ ਲੱਗਾ ਸੀ। ਜਿਹੜਾ ਫੱਟ ਹੁਣ ਕੰਗਣਾ ਰਣੌਤ ਦੇ ਵੱਲੋਂ ਮਾਤਾ ਮਹਿੰਦਰ ਕੌਰ ਦੇ ਲਾਇਆ ਗਿਆ, 82 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਆ ਜਿਹੜੇ, ਉਹਨਾਂ ਦੇ ਵੱਲੋਂ ਜੋ ਆਪਣੀ ਕਹਾਣੀ ਪੇਸ਼ ਕੀਤੀ ਗਈ ਆ, ਉਹਨੂੰ ਪੜ੍ਹ ਕੇ ਤੇ ਮੇਰਾ ਨਿੱਜੀ ਤੌਰ ਦੇ ਉੱਤੇ ਗੱਚ ਭਰ ਆਇਆ ਵੀ ਇੱਦਾਂ ਦੇ ਲੋਕ ਵੀ ਆ। ਇੱਕ ਪਾਸੇ ਉਹ ਮਾਤਾ ਮਹਿੰਦਰ ਕੌਰ 82 ਸਾਲ ਦੀ ਜਿਹਦਾ ਜਜ਼ਬਾ ਜਵਾਨ ਆ, ਜਿਹਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਤਾਂ ਜੰਮੀ ਹੀ ਕਿਰਤੀਆਂ ਦੇ ਘਰ ਦੇ ਵਿੱਚ ਆ। ਮੈਂ ਜਦੋਂ ਲਾਭ ਸਿੰਘ ਦੇ ਨਾਲ 1971 ਦੇ ਵਿੱਚ ਵਿਆਹੀ ਸੀ ਉਦੋਂ ਸਹੁਰਾ ਘਰ ਵੀ ਮੈਨੂੰ ਦੁੱਖਾਂ ਵਾਲਾ ਮਿਲਿਆ ਤੇ ਮੇਰਾ ਪੇਕਾ ਘਰ ਵੀ ਬੜਾ ਲੋੜਵੰਦ ਸੀ ਤੇ ਅਸੀਂ ਤਾਂ ਲਿਆਉੜਾ ਜਿਹੜੇ ਉਹ ਲਾ ਕੇ ਤੇ ਕੰਧਾਂ ਕੋਠੇ ਲਿਪਦੇ ਰਹੇ ਆ। ਮੈਂ ਤਾਂ ਖੇਤਾਂ ਦੇ ਵਿੱਚ ਕੰਮ ਵੀ ਕੀਤਾ, ਮੈਂ ਕਣਕ ਨੂੰ ਪਾਣੀ ਵੀ ਲਾਇਆ, ਮੈਂ ਛਟੀਆਂ ਵੀ ਪੱਟੀਆਂ, ਮੈਂ ਨਰਮਾ ਵੀ ਚੁਗਿਆ, ਮੈਂ ਸਾਰਾ ਕੰਮ ਕਾਜ ਕਰਦੀ ਰਹੀ ਹਾਂ। ਪਰ ਕੰਗਣਾ ਰਣੌਤ ਨੇ ਇਸ ਉਮਰ ਦੇ ਵਿੱਚ ਮੇਰੀ ਫੋਟੋ ਦੇ ਉੱਤੇ ਟਿੱਪਣੀ ਕਰਕੇ ਕਿ ਜੀ ਇਹ ਤਾਂ 100-100 ਰੁਪਈਏ ਦੇ ਵਿੱਚ ਵਿਕਣ ਵਾਲੀਆਂ ਔਰਤਾਂ, ਤੇ ਮੇਰੀ ਹੁਣ ਤੱਕ ਦੀ ਕੀਤੀ ਕਰਾਈ ਦੇ ਉੱਤੇ ਪੋਚਾ ਫੇਰ ਦਿੱਤਾ। ਹਾਲਾਂਕਿ ਕੰਗਣਾ ਰਣੌਤ ਦੀ ਖਿਲਾਫਤ ਬਹੁਤ ਹੋ ਰਹੀ ਹੈ। ਜਦੋਂ ਉਹਨੇ ਇਹ ਟਵੀਟ ਪਾਇਆ ਤੇ ਉਸ ਤੋਂ ਬਾਅਦ ਉਹਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਇਸ ਔਰਤ ਦੇ ਵੱਲੋਂ ਯਾਨੀ ਕਿ ਕੰਗਣਾ ਰਣੌਤ ਦੇ ਵੱਲੋਂ ਉਸ ਟਵੀਟ ਨੂੰ ਡਿਲੀਟ ਵੀ ਕਰ ਦਿੱਤਾ ਗਿਆ। ਪਰ ਫਿਰ ਵੀ ਬਦਨਾਮੀ ਦਾ ਟੋਕਰਾ ਜਿਹੜਾ ਕੰਗਣਾ ਰਣੌਤ ਦੇ ਸਿਰ ਦੇ ਉੱਤੇ ਰੱਖਿਆ ਗਿਆ, ਜੋ ਉਹਨੂੰ ਲਾਹਣਤਾਂ ਪੈ ਰਹੀਆਂ। ਮੈਂ ਤਾਂ ਉਹਦੇ ਬਾਰੇ ਇਹ ਸੋਚਦਾ ਕਿ ਕਦੇ-ਕਦੇ ਕੰਗਣਾ ਰਣੌਤ ਤੇ ਮਨੋਹਰ ਲਾਲ ਖੱਟੜ ਦਾ ਮੁਕਾਬਲਾ ਚੱਲ ਰਿਹਾ ਵੀ ਸਭ ਤੋਂ ਵੱਧ ਆਲੋਚਨਾ ਉਹਦੀ ਹੁੰਦੀ ਹੈ ਕਿ ਉਹਦੀ ਹੁੰਦੀ ਹੈ। ਇਸ ਮੁਕਾਬਲੇ ਦੇ ਵਿੱਚ ਦੋਨੋਂ ਹਾਲ ਦੀ ਘੜੀ ਬਰਾਬਰ ਜਾ ਰਹੇ ਆ, ਆਲੋਚਨਾ ਦੇ ਮਾਮਲੇ 'ਚ, ਲਾਹਣਤਾਂ ਦੇ ਮਾਮਲੇ ਦੇ ਵਿੱਚ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਆਪਣੀ ਗਲਤ ਬਿਆਨਬਾਜ਼ੀ ਕਰਕੇ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ। ਕੰਗਣਾ ਵੱਲੋਂ ਕਿਸਾਨਾਂ ਉੱਤੇ ਕੀਤੀ ਗਈ ਗਲਤ ਟਿੱਪਣੀ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਿਹਾ ਕਿ ਅਦਾਕਾਰਾ ਕੰਗਣਾ ਵੱਲੋਂ ਕਿਸਾਨ ਬੀਬੀਆਂ ਖਿਲਾਫ ਕੀਤੀ ਗਈ ਟਿੱਪਣੀ ਬੇਹੱਦ ਸ਼ਰਮਨਾਕ ਹੈ। ਉਹਨਾਂ ਨੇ ਕਿਹਾ ਕਿ ਉਹ ਨਾਰੀ ਹੋ ਕੇ ਨਾਰੀ ਦਾ ਸਨਮਾਨ ਨਹੀਂ ਕਰ ਰਹੀ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਕੰਗਣਾ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਬਾਰੇ ਬੋਲਦਿਆਂ ਕਿਹਾ ਕਿ ਉਸ ਵੱਲੋਂ ਨਲਕਾ ਪੁੱਟਣਾ ਸੌਖਾ ਸੀ ਪਰ ਕਿਸਾਨਾਂ ਨੂੰ ਹੱਕ ਦਿਵਾਉਣੇ ਬਹੁਤ ਔਖੇ ਨੇ। ਹੁਣ ਤੱਕ ਉਹ ਕਿਸਾਨਾਂ ਦੇ ਹੱਕਾਂ ਵਿੱਚ ਨਜ਼ਰ ਨਹੀਂ ਆਏ। ਉਹਨਾਂ ਕਿਹਾ ਕਿ ਇਹੋ ਜਿਹੇ ਨੇਤਾਵਾਂ ਦੇ ਉੱਤੇ ਵੀ ਪਰਚਾ ਦਰਜ ਹੋਣਾ ਚਾਹੀਦਾ। ਦੱਸਣਾ ਬਣਦਾ ਕਿ ਕੰਗਣਾ ਰਣੌਤ ਨੇ ਟਵੀਟ ਕਰਦਿਆਂ ਬਜ਼ੁਰਗ ਮਾਤਾ ਦੀ ਤਸਵੀਰ ਸਾਂਝੀ ਕੀਤੀ ਸੀ ਕਿ ਉਹ ਪ੍ਰਦਰਸ਼ਨਾਂ ਦੇ ਵਿੱਚ ਜਾਣ ਲਈ ਪੈਸੇ ਲੈਂਦੀ ਹੈ। ਹਾਲਾਂਕਿ ਕੰਗਣਾ ਨੇ ਬਾਅਦ ਦੇ ਵਿੱਚ ਇਹ ਟਵੀਟ ਡਿਲੀਟ ਕੀਤਾ ਹੈ। ਇਸ ਨੂੰ ਲੈ ਕੇ ਹਰ ਕਿਸੇ ਵੱਲੋਂ ਕੰਗਣਾ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਕੰਗਣਾ ਰਣੌਤ ਨੂੰ ਜਿੰਨੀਆਂ ਲਾਹਨਤਾਂ ਪੈ ਰਹੀਆਂ, ਜਿੰਨੀ ਉਹਦੀ ਆਲੋਚਨਾ ਹੋ ਰਹੀ ਹੈ, ਉਹ ਇਸ ਤੋਂ ਵੀ ਵੱਧ ਦੀ ਹੱਕਦਾਰ ਹੈ। ਹਾਲਾਂਕਿ ਅਸੀਂ ਔਰਤ ਹੋਣ ਦੇ ਨਾਤੇ ਉਹਦਾ ਸਤਿਕਾਰ ਕਰਦੇ ਹਾਂ ਕਿ ਉਹ ਇੱਕ ਔਰਤ ਹੈ, ਔਰਤ ਦਾ ਸਤਿਕਾਰ ਹੋਣਾ ਚਾਹੀਦਾ। ਜਦੋਂ ਉਹਦੇ ਮੁੰਬਈ ਵਾਲੇ ਦਫ਼ਤਰ ਨੂੰ ਢਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ BMC ਨੂੰ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ। ਇੱਕ ਔਰਤ ਨੇ ਜੇਕਰ ਮਿਹਨਤ ਮੁਸ਼ੱਕਤ ਕਰਕੇ ਫਿਲਮਾਂ 'ਚ ਕੰਮ ਕਰਕੇ ਇਹ ਕੁਝ ਆਪਣਾ ਤਿਆਰ ਕੀਤਾ, ਆਪਣਾ ਇੱਕ ਕਾਰੋਬਾਰ ਖੜਾ ਕੀਤਾ, ਆਪਣੀ ਇੱਕ ਬਿਲਡਿੰਗ ਖੜੀ ਕੀਤੀ ਹੈ, ਤਾਂ ਕਿਸੇ ਨੂੰ ਹੱਕ ਨਹੀਂ ਕਿ ਉਸ ਔਰਤ ਦੀ ਮਿਹਨਤ ਮੁਸ਼ੱਕਤ ਦੇ ਉੱਤੇ ਬਲਡੋਜ਼ਰ ਚਲਾਇਆ ਜਾਵੇ। ਪਰ ਜਿਸ ਤਰੀਕੇ ਦੇ ਨਾਲ ਉਹਦਾ ਮੂੰਹ ਖੁੱਲ੍ਹਾ ਕਿਸੇ ਵੀ ਵਿਸ਼ੇ ਦੇ ਉੱਤੇ ਉਹ ਬੋਲ ਪੈਂਦੀ ਹੈ, ਉਸ ਤੋਂ ਬਾਅਦ ਉਹਨੂੰ ਇੰਨੀ ਕੁ ਸੇਵਾ ਮਿਲਣੀ ਵੀ ਚਾਹੀਦੀ ਸੀ ਜਿੰਨੀ ਉਹਦੀ ਸੇਵਾ ਹੁਣ ਹੋ ਰਹੀ ਹੈ, ਸ਼ਬਦਕ ਤੌਰ ਦੇ ਉੱਤੇ, ਆਲੋਚਨਾ ਦੇ ਤੌਰ ਦੇ ਉੱਤੇ। ਸੋ ਕੰਗਣਾ ਰਣੌਤ ਇਸ ਮਾਮਲੇ ਦੇ ਉੱਤੇ ਹੁਣ ਕੁਝ ਵੀ ਨਹੀਂ ਬੋਲ ਰਹੀ। ਪਰ ਧਰਨੇ ਦੇ ਵਿੱਚ ਬੈਠੇ ਹੋਏ, ਪ੍ਰਦਰਸ਼ਨ ਦੇ ਵਿੱਚ ਬੈਠੇ ਹੋਏ, ਦਿੱਲੀ ਦੇ ਵਿੱਚ ਗਏ ਹੋਏ ਕਿਸਾਨਾਂ ਦੇ ਵੱਡੇ ਹਿੱਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕੰਗਣਾ ਕਹਿੰਦੀ ਹੈ ਕਿ 100-100 ਰੁਪਈਏ ਦੇ ਵਿੱਚ ਇਹ ਮਾਤਾਵਾਂ, ਇਹ ਭੈਣਾਂ ਵਿਕ ਰਹੀਆਂ। ਪਰ ਉਹਨੂੰ ਇਹ ਨਹੀਂ ਪਤਾ ਕਿ ਮਾਈ ਭਾਗੋ ਦੀਆਂ ਅਸਲ ਵਾਰਸ ਨੇ ਇਹ ਮਾਤਾਵਾਂ, ਇਹ ਭੈਣਾਂ, ਇਹ ਬੀਬੀਆਂ।
ਉਹਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਇਤਿਹਾਸ ਕੀ ਆ, ਉਹਨੂੰ ਇਹ ਨਹੀਂ ਪਤਾ ਕਿ ਸਿੱਖਾਂ ਦਾ ਇਤਿਹਾਸ ਕੀ ਆ, ਪੰਜਾਬੀਆਂ ਦਾ ਇਤਿਹਾਸ ਕੀ ਆ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕੰਗਣਾ ਰਣੌਤ ਇਹ ਦੱਸੇ ਕਿ ਇੱਥੇ ਧਰਨੇ ਦੇ ਵਿੱਚ ਲੰਗਰ ਦੇ ਵਿੱਚ ਪੇੜੇ ਕਰਨ ਦੇ ਤੇ ਰੋਟੀਆਂ ਬਣਾਉਣ ਦੇ ਤੇ ਲੰਗਰ ਛਕਾਉਣ ਦੇ ਕਿੰਨੇ ਪੈਸੇ ਲਊਗੀ, ਮੂੰਹ ਮੰਗਿਆ ਪੈਸਾ ਅਸੀਂ ਉਹਨੂੰ ਦੇਣ ਨੂੰ ਤਿਆਰ ਹਾਂ। ਇਹ ਇੱਕ ਚੁਣੌਤੀ ਆ ਸ਼ਰਮ ਦੇਣ ਦੇ ਲਈ, ਜੇਕਰ ਕੋਈ ਮਹਿਸੂਸ ਕਰੇ ਤਾਂ। ਪਰ ਜਿਹੜੀ ਮਾਤਾ ਦੀ ਫੋਟੋ ਦੇ ਉੱਤੇ ਉਹਨੇ ਟਵੀਟ ਕੀਤਾ, ਫੋਟੋ ਨਾਲ ਲਾ ਕੇ ਉਹਨੇ ਇਹ ਗੱਲ ਕਹੀ ਹੈ ਜੀ ਕਿ 100 ਰੁਪਏ 'ਚ ਵਿਕਦੀਆਂ, ਉਸ ਬੇਬੇ ਦੇ ਵੱਲੋਂ, ਮਹਿੰਦਰ ਸਿੰਘ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹ ਸੱਚੀ ਮੁੱਚੀ ਮਨ ਨੂੰ ਭਾਵੁਕ ਕਰ ਦਿੰਦੀਆਂ। ਇੱਕ ਔਰਤ ਜਿਹਨੇ ਬਚਪਨ ਤੋਂ ਲੈ ਕੇ ਤੇ ਹੁਣ ਤੱਕ ਉਸ ਮਾਤਾ ਨੇ ਇੰਨੀ ਮਿਹਨਤ ਕੀਤੀ ਆ, ਉਹਨੇ ਆਪਦਾ ਟੱਬਰ ਟੀਰ ਪਾਲਿਆ, ਉਹਦੇ ਵੱਲੋਂ ਹਾਲਾਤ ਦੇ ਨਾਲ, ਮੁਸ਼ਕਿਲ ਹਾਲਾਤ ਦੇ ਨਾਲ ਮੱਥਾ ਲਾਇਆ ਗਿਆ, ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ, ਧੁੱਪਾਂ ਨੂੰ, ਸਿਆਲਾਂ ਨੂੰ ਉਹਨੇ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਤੇ ਕੁੱਬ ਉਹਦੇ ਪਿੰਡੇ ਦੇ ਵਿੱਚ, ਉਹਦੇ ਸਰੀਰ ਦੇ ਵਿੱਚ ਪੈ ਗਿਆ। ਬਿਲਕੁਲ ਝੁੱਕ ਕੇ ਉਹ ਮਾਤਾ ਤੁਰਦੀ ਆ ਤੇ ਜਿਹੜੇ ਡੰਡੇ ਦੇ ਸਹਾਰੇ ਤੁਰਦੀ ਆ, ਜਿਹੜੀ ਸੋਟੀ ਦੇ ਸਹਾਰੇ ਤੁਰਦੀ ਆ, ਉਸ ਡੰਡੇ ਦੇ ਵਿੱਚ ਹੀ ਉਹਨੇ ਝੰਡਾ ਪਾਇਆ ਹੋਇਆ ਕਿਸਾਨ ਮਜ਼ਦੂਰ ਏਕਤਾ ਦਾ। ਉਸ ਔਰਤ ਦੇ ਉੱਤੇ, ਉਸ ਬਜ਼ੁਰਗ ਮਾਤਾ ਦੇ ਉੱਤੇ ਟਿੱਪਣੀ ਕਰਨੀ, ਇੰਨੀ ਭੱਦੀ ਟਿੱਪਣੀ ਕਰਨੀ, ਤਾਂ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਇਹ ਕਿਹੜੀ ਮਿੱਟੀ ਦੇ ਮਨੁੱਖ ਹੈਗੇ ਆ। ਪੰਜਾਬ ਦੇ, ਜਾਂ ਕਹਿ ਦਈਏ ਕਿ ਇਸ ਵਕਤ ਭਾਰਤ ਦੇਸ਼ ਦੇ ਕਿਸਾਨ ਅੰਦੋਲਨ ਦੀ ਚਰਚਾ ਜਿਹੜੀ ਉਹ ਕੈਨੇਡਾ ਦੇ ਵਿੱਚ ਵੀ ਹੋ ਰਹੀ ਹੈ। ਵੈਸੇ ਤਾਂ ਕੈਨੇਡਾ ਦੇ ਨਾਲ ਨਾਲ ਭਾਵੇਂ ਜਰਮਨ ਦੀ ਗੱਲ ਕਰੀਏ, ਭਾਵੇਂ ਅਸੀਂ ਗੱਲ ਕਰੀਏ ਇੰਗਲੈਂਡ ਦੀ, ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ ਦੀ, ਦੁਬਈ ਦੀ, ਹੋਰ ਵੱਖ-ਵੱਖ ਦੇਸ਼ਾਂ ਦੀ, ਸਭਨਾਂ ਥਾਵਾਂ ਦੇ ਉੱਤੇ ਲੋਕ ਕਿਸਾਨਾਂ ਦੇ ਹੱਕ ਦੇ ਵਿੱਚ ਆ। ਬਹੁਤ ਸਾਰੇ NRI ਭੈਣਾਂ ਵੀਰ ਆ ਜਿਹੜੇ ਕਿ ਇਸ ਵਕਤ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਆ, ਆਰਥਿਕ ਤੌਰ ਦੇ ਉੱਤੇ ਵੀ ਤੇ ਬਾਕੀ ਜੋ ਵੀ ਉਹਨਾਂ ਦੇ ਵੱਲੋਂ ਤਰੀਕੇ ਅਪਣਾਏ ਜਾ ਸਕਦੇ ਆ। ਵਰਲਡ ਕੈਂਸਰ ਕੇਅਰ ਸੰਸਥਾ ਦੇ ਵੱਲੋਂ 1 ਕਰੋੜ ਰੁਪਏ ਦੀਆਂ ਦਵਾਈਆਂ ਦਾ ਲੰਗਰ ਆ ਜਿਹੜਾ ਉਹ ਲਾਉਣ ਦੀ ਗੱਲ ਕੀਤੀ ਗਈ ਹੈ ਤੇ ਲਾ ਵੀ ਦਿੱਤਾ ਗਿਆ। ਸਿੰਘੂ ਬਾਰਡਰ ਦੇ ਉੱਤੇ ਤੇ ਜਿਹੜੇ ਕੁੰਡਲੀ ਬਾਰਡਰ ਦੇ ਉੱਤੇ, ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਦੇ ਵੱਲੋਂ ਇਹ ਦਵਾਈਆਂ ਦਾ ਲੰਗਰ ਸ਼ੁਰੂ ਕਰ ਦਿੱਤਾ ਗਿਆ। ਖਾਲਸਾ ਏਡ ਦੇ ਵੱਲੋਂ ਨਿੱਠ ਕੇ ਮਦਦ ਕੀਤੀ ਜਾ ਰਹੀ ਹੈ। ਪੰਜਾਬ ਦੇ ਬਾਕੀ ਲੋਕ ਆ ਜਿਹੜੇ ਉਹਨਾਂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਲੋਕ ਭਲਾਈ ਆਰਮੀ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ। ਸਭਨਾਂ ਨੂੰ ਕਰਨੀ ਚਾਹੀਦੀ ਹੈ, ਸਾਰੇ ਹੀ ਕਰ ਰਹੇ ਆ, ਭਾਵੇਂ ਕੋਈ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੋਵੇ, ਭਾਵੇਂ ਕੋਈ ਕਿਸੇ ਵੀ ਸਮਾਜ ਸੇਵੀ ਸੰਸਥਾ ਦੇ ਨਾਲ ਜੁੜਿਆ ਹੋਵੇ। ਜਿਹੜੇ ਵੀ ਲੋਕ ਇਸ ਵਕਤ ਇਕੱਲੇ ਕਹਿਰੇ ਵੀ ਮਦਦ ਕਰ ਰਹੇ ਆ, ਉਹਨਾਂ ਦਾ ਧੰਨਵਾਦ ਵੀ ਤੇ ਉਹਨਾਂ ਨੂੰ ਸਲਾਮ ਵੀ, ਤੇ ਜਜ਼ਬਾ ਬਰਕਰਾਰ ਰੱਖਿਓ, ਹੌਸਲੇ ਤੁਹਾਡੇ ਪਸਤ ਨਾ ਹੋਣ, ਬੇਨਤੀ ਇਹ ਆ। ਪਰ ਇਸ ਅੰਦੋਲਨ ਦੀ ਚਰਚਾ ਦੇ ਵਿੱਚ ਹੁਣ ਸ਼ਾਮਲ ਹੋਏ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ। ਜਸਟਿਨ ਟਰੂਡੋ ਨੇ ਇਹ ਗੱਲ ਕਹੀ ਆ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਕਿ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ, ਕਿਸਾਨਾਂ ਦੇ ਉੱਤੇ, ਹੱਕ ਮੰਗਦਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ, ਪੁਲਸੀਆ ਜ਼ਬਰ ਹੋ ਰਿਹਾ, ਤੇ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ। ਉਹਨਾਂ ਦੀ ਇਸ ਗੱਲ ਦੇ ਉੱਤੇ, ਉਹਨਾਂ ਦੀ ਇਸ ਟਿੱਪਣੀ ਦੇ ਉੱਤੇ ਭਾਰਤ ਦੇ ਕਈ ਨੇਤਾਵਾਂ ਦੇ ਪਿੱਤ ਨਿਕਲੀ ਹੈ, ਧੱਫੜ ਨਿਕਲੇ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਟਰੂਡੋ ਨੂੰ ਕੀ ਲੋੜ ਆ ਸਾਡੇ ਦੇਸ਼ ਦੇ ਮਾਮਲੇ 'ਚ ਦਖਲ ਦੇਣ ਦੀ, ਉਹ ਆਪਣਾ ਦੇਸ਼ ਸੰਭਾਲਣ। ਜਾਗਰੂਕ ਵਿਅਕਤੀ ਜਿਹੜਾ ਕਿ ਆਪਣੇ ਦੇਸ਼ ਦੇ ਪ੍ਰਤੀ ਵਧੀਆ ਕੰਮ ਕਰ ਰਿਹਾ ਹੋਵੇ ਤੇ ਦੂਜੇ ਦੇਸ਼ਾਂ ਦੇ ਪ੍ਰਤੀ ਉਹ ਟਿੱਪਣੀ ਕਰਨ ਦਾ ਹੱਕਦਾਰ ਹੈ। ਭਾਰਤ ਦੇ ਲੋਕਾਂ ਨੇ ਟਰੂਡੋ ਦੀ ਸਿਫਤ ਕੀਤੀ ਹੈ ਕਿ ਉਹ ਦੇਸ਼ ਦੇ, ਭਾਰਤ ਦੇਸ਼ ਦੇ ਮਸਲੇ ਦੇ ਉੱਤੇ ਵੀ ਇਹੋ ਜਿਹੀ ਤਿੱਖੀ ਟਿੱਪਣੀ ਕਰ ਸਕਦੇ ਆ। ਉਹਨਾਂ ਨੂੰ ਇਹ ਗੱਲ ਚੁਭੀ ਆ ਤਾਂ ਕਰਕੇ ਆ। ਪਰ ਸਾਡੇ ਦੇਸ਼ ਦੇ ਜਿਹੜੇ ਨੇਤਾ ਉਹ ਕਿਹੋ ਜਿਹੀ ਚਮੜੀ ਵਾਲੇ ਆ, ਕਿਹੋ ਜਿਹੀ ਸੋਚ ਵਾਲੇ ਆ, ਜਾਣਦੇ ਆਪਾਂ ਸਾਰੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਮਗਰੋਂ ਭਾਰਤ ਸਰਕਾਰ ਨੇ ਇਤਰਾਜ਼ ਪ੍ਰਗਟਾਇਆ। ਭਾਰਤ ਦੇ ਵਿਦੇਸ਼ ਵਿਭਾਗ ਨੇ ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ, ਅਸੀਂ ਭਾਰਤ ਦੇ ਕਿਸਾਨਾਂ ਨਾਲ ਸੰਬੰਧਿਤ ਕੈਨੇਡੀਅਨ ਨੇਤਾਵਾਂ ਦੀਆਂ ਕੁਝ ਗਲਤ ਜਾਣਕਾਰੀ ਵਾਲੀਆਂ ਟਿੱਪਣੀਆਂ ਵੇਖੀਆਂ ਨੇ। ਇਹ ਅਣਅਧਿਕਾਰਤ ਨੇ, ਖਾਸ ਕਰਕੇ ਜਦੋਂ ਅੰਦਰੂਨੀ ਮਾਮਲਿਆਂ ਨਾਲ ਸੰਬੰਧਿਤ ਹੋਣ, ਖਾਸ ਕਰਕੇ ਇੱਕ ਲੋਕਤੰਤਰੀ ਦੇਸ਼ ਦੇ ਲਈ। ਇਹ ਚੰਗਾ ਹੈ ਕਿ ਰਾਜਨੀਤਿਕ ਉਦੇਸ਼ਾਂ ਲਈ ਕੂਟਨੀਤਿਕ ਗੱਲਬਾਤ ਨੂੰ ਗਲਤ ਢੰਗ ਨਾਲ ਪੇਸ਼ ਨਾ ਕੀਤਾ ਜਾਵੇ। ਦੱਸਣਾ ਬਣਦਾ ਹੈ ਕਿ ਹੁਣ ਇਸ ਅੰਦੋਲਨ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਣ ਲੱਗੀ ਹੈ। ਕੈਨੇਡਾ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰਾ ਵਸਦਾ ਹੈ, ਕਈ ਕੈਨੇਡੀਅਨ ਨੇਤਾਵਾਂ ਦੇ ਵੱਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ ਹੈ ਤੇ ਕਿਸਾਨਾਂ ਨਾਲ ਹੋ ਰਹੇ ਸਲੂਕ ਦੀ ਵੀ ਨਿੰਦਿਆ ਕੀਤੀ ਗਈ ਹੈ। ਰਾਜ ਸਭਾ ਦੀ ਮੈਂਬਰ ਤੇ ਸ਼ਿਵ ਸੈਨਾ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਅੱਜ ਕਿਹਾ ਕਿ ਪਿਆਰੇ ਜਸਟਿਨ ਟਰੂਡੋ, ਤੁਹਾਡੀ ਚਿੰਤਾ ਸਾਨੂੰ ਚੰਗੀ ਲੱਗੀ ਹੈ, ਪਰ ਭਾਰਤ ਦਾ ਅੰਦਰੂਨੀ ਮੁੱਦਾ ਕਿਸੇ ਹੋਰ ਦੇਸ਼ ਦੀ ਰਾਜਨੀਤੀ ਲਈ ਚਾਰਾ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਵਿਦੇਸ਼ ਵਿਭਾਗ ਦੇ ਵੱਲੋਂ ਤੇ ਭਾਰਤ ਦੇ ਕਈ BJP ਦੇ ਨੇਤਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਸਟਿਨ ਟਰੂਡੋ ਨੂੰ ਸਾਡੇ ਦੇਸ਼ ਦੇ ਮਾਮਲਿਆਂ ਦੇ ਵਿੱਚ ਦਖਲ ਦੇਣ ਦੀ ਕੀ ਲੋੜ ਆ। ਇਹ ਅੰਦਰੂਨੀ ਮਾਮਲੇ ਆ, ਇਹ ਲੋਕਤੰਤਰਕ ਹੱਕਾਂ ਦੇ ਉਲਟ ਹੈ, ਲੋਕਤੰਤਰ ਦੇ ਇਹ ਖਿਲਾਫ ਜਾਂਦੀ ਆ ਗੱਲ ਕਿ ਕੋਈ ਹੋਰ ਦੇਸ਼ ਦਾ ਪ੍ਰਧਾਨ ਮੰਤਰੀ ਟਿੱਪਣੀ ਕਰੇ। ਪਰ ਬੇਨਤੀ ਉਹਨਾਂ ਨੂੰ ਇਹ ਵੀ ਕਰਨੀ ਬਣਦੀ ਹੈ ਵੀ ਜਦੋਂ ਸੰਵਿਧਾਨ ਦਿਵਸ ਦੇ ਮੌਕੇ ਤੇ ਸ਼ੰਭੂ ਬੈਰੀਅਰ ਦੇ ਉੱਤੇ ਤੇ ਅਗਲੀਆਂ ਥਾਵਾਂ ਦੇ ਉੱਤੇ ਜਾਂਦੇ ਲੋਕਾਂ ਦੇ ਉੱਤੇ ਡਾਂਗ ਭਰਾਈ ਗਈ ਆ, ਜਦੋਂ ਉੱਥੇ ਪਾਣੀ ਦੀਆਂ ਵਿਛਾੜਾਂ ਮਾਰੀਆਂ ਗਈਆਂ, ਜਦੋਂ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ, ਜਦੋਂ 9-9 ਫੁੱਟ ਉੱਚੇ ਜੰਗਲੇ ਲਾਏ ਗਏ ਆ, ਜਦੋਂ ਉੱਥੇ ਪੱਥਰ ਰਾਹ ਦੇ ਵਿੱਚ ਖਿਲਾਰੇ ਗਏ ਆ, ਜਦੋਂ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ, ਤੇ ਉਦੋਂ ਵੀ ਲੋਕਤੰਤਰਿਕ ਦੇਸ਼ ਸੀ ਜਾਂ ਉਦੋਂ ਕੋਈ ਹੋਰ ਬਣ ਗਿਆ ਸੀ?
ਉਦੋਂ ਸੰਵਿਧਾਨ ਦਿਵਸ ਦੀ ਮਹੱਤਤਾ ਦਾ ਪਤਾ ਸੀ ਜਾਂ ਉਦੋਂ ਨਹੀਂ ਸੀ ਪਤਾ? ਜੇਕਰ ਟਰੂਡੋ ਦੇ ਵੱਲੋਂ ਇਹ ਗੱਲ ਕਹੀ ਗਈ ਆ ਤਾਂ ਆਪਾਂ ਨੂੰ ਚੰਗੀ ਨਹੀਂ ਲੱਗੀ, ਤੇ ਜਦੋਂ ਲੋਕਾਂ ਦੇ ਉੱਤੇ ਡਾਂਗ ਵਰਦੀ ਹੈ ਤੇ ਉਹਨਾਂ ਨੂੰ ਕਿੰਨਾ ਬੁਰਾ ਲੱਗਦਾ, ਉਹ ਵੀ ਆਪਣੇ ਹੱਕ ਮੰਗਦੇ ਨੇ ਤੇ ਇਸ ਬਾਬਤ ਕੋਈ ਉੱਤਰ ਨਹੀਂ ਦੇ ਰਿਹਾ। ਇਸ ਕਰਕੇ ਟਰੂਡੋ ਦੀ ਟਿੱਪਣੀ ਦਾ ਸਮਰਥਨ ਕਰਨਾ ਬਣਦਾ ਹੈ। ਕਿਸੇ ਵੀ ਦੇਸ਼ ਦਾ ਕੋਈ ਵੀ ਨਾਗਰਿਕ ਟਿੱਪਣੀ ਕਰਨ ਦੇ ਲਈ ਆਜ਼ਾਦ ਆ, ਜੇਕਰ ਉਹ ਸਹੀ ਹੋਵੇ ਤਾਂ। ਤੇ ਗਲਤ ਟਰੂਡੋ ਹੋਰਾਂ ਨੇ ਕੁਝ ਨਹੀਂ ਕਿਹਾ। ਇਹ ਸਾਡੇ ਨੇਤਾਵਾਂ ਨੂੰ ਸੱਚ ਸੁਣਨ ਦੀ ਆਦਤ ਨਹੀਂ, ਇਸੇ ਕਰਕੇ ਇਹ ਝੂਠ ਦੇ ਗੋਲੇ ਛੱਡਦੇ ਆ। ਇਹਨਾਂ ਦੇ ਵੱਲੋਂ ਝੂਠ ਦਾ ਇੱਕ ਸੰਸਾਰ ਰਚਿਆ ਹੋਇਆ ਤੇ ਉਹਦੇ ਕਰਕੇ ਕਈ ਵਾਰ ਕਸੂਤੇ ਫਸਦੇ ਆ, ਜਿਵੇਂ ਕਿ ਹੁਣ ਫਸੇ ਹੋਏ ਆ। ਸੋ ਭਾਰਤ ਦੇ ਕਿਸਾਨ ਮਜ਼ਦੂਰ ਅੰਦੋਲਨ ਦੀ ਅਸੀਂ ਹਮਾਇਤ ਕਰਦੇ ਹਾਂ ਤੇ ਉਹਨਾਂ ਦੇ ਵੱਲੋਂ ਜਿਹੜਾ ਸਿਰੜ ਦੇ ਨਾਲ ਸੰਘਰਸ਼ ਆਰੰਭਿਆ ਹੋਇਆ, ਇਹਦੇ ਚੰਗੇ ਨਤੀਜੇ ਸਭ ਦੇ ਸਾਹਮਣੇ ਆਉਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਸੋ ਅਰਦਾਸ ਤੇ ਆਸ ਅਸੀਂ ਕਰਦੇ ਹਾਂ ਕਿ ਸ਼ਾਇਦ ਇਹ ਅੰਦੋਲਨ ਇਸੇ ਤਰੀਕੇ ਨਾਲ ਅੱਗੇ ਜਾਰੀ ਰਹੂਗਾ ਤੇ ਭਾਰਤ ਦੀ ਸਰਕਾਰ ਨੂੰ ਆਪਣੇ ਜਿਹੜੇ ਖੇਤੀ ਕਾਨੂੰਨ ਇਹ ਵਾਪਸ ਲੈਣੇ ਪੈਣਗੇ। ਆਸ ਉਹਨਾਂ ਚਿਰ ਜਿੰਨਾ ਚਿਰ ਸਾਹਸ ਹੈ। ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।